बहुत ही प्यारे बच्चों, ध्यान नाल सुन लो। सैमीकंडक्टर दे विच आपां अज न्यूमेरिकल्स डिस्कस कर रहे हैं। डायोड दे न्यूमेरिकल्स, कल आपां डायोड दी बेसिक फंडामेंटल वर्किंग, उहदे फॉरवर्ड ते रिवर्स बायस कैरेक्टरिस्टिक कर्व सारे कर ले। अज आपां इहदे थोड़े जिहे न्यूमेरिकल डिस्कस करांगे। तां क्वेश्चन नंबर 1 देखियो। क्वेश्चन की है, साडे कोल एक डायोड आ, रजिस्टेंस लगी है सीरीज दे विच ते नाल 6.5 वोल्ट दी बैटरी लगी है। अजे स्टेटमेंट मैं लिखवाई नहीं, स्टेटमेंट नोट करो। लिखो इफ बैरियर वोल्टेज इन, थोड़ा जिहा अलग किस्म का क्वेश्चन है, ध्यान नाल। इफ द बैरियर वोल्टेज ऑफ डायोड इज 0.5 वोल्ट, if barrier voltage of diode is 0.5 वोल्ट, ये डायोड दी बैरियर वोल्टेज 0.5 वोल्ट आ। if barrier voltage of diode is 0.5 volt, then calculate current through the circuit. Find out current through the circuit. कहता सर्किट च करंट पता करो। दो चीज़ां जिहड़ियां कि बहुत इंपॉर्टेंट आ, जिहड़ियां आपां देखणीआं। पहली चीज तो यह भी डायोड फॉरवर्ड आ कि रिवर्स आ। फर्स्ट थिंग, डायोड इज ईदर फॉरवर्ड और रिवर्स। पहला काम, जे फॉरवर्ड आ करंट चलूगा, जे रिवर्स आ तो करंट नहीं जाना। आपां पढ़िया होया। मोस्ट प्रोबेबल तुहानूं जीरो वोल्टेज तो घट की गल करी जाऊगी रिवर्स च। फिलहाल चेक करो, आ पी ते आ एन, पी नूं पॉजिटिव, एन नूं नैगेटिव अटैच किया होया, मतलब ये फॉरवर्ड आ। की है फॉरवर्ड। स्टोरी क्लीयर? ਇਹਦਾ मतलब करंट ਚੱਲੂਗਾ। फॉरवर्ड च करंट ਚੱਲਦਾ है ना, क्यों भाई? फॉरवर्ड च करंट ਚੱਲਦਾ कि नहीं ਚੱਲਦਾ? यस सर। फॉरवर्ड च करंट ਚੱਲਦਾ। ओके, ਜਦੋਂ फॉरवर्ड ਦੇ ਵਿੱਚ करंट ਚੱਲਦਾ ਸਾਡੇ ਕੋਲੇ, ਇਹਦਾ मतलब करंट ਤਾਂ ਜੀ ਇੱਥੋਂ ਫਲੋ ਕਰੂਗਾ। ਕਿੰਨਾ करंट ਫਲੋ ਕਰੂਗਾ? आई, मैं आई लिख। ਹੁਣ ਮੇਰੇ ਦਿਮਾਗ 'ਚ ਦੂਸਰੀ ਗੱਲ ਇਹ ਆਉਂਦੀ ਆ ਕਿ करंट ਦਾ ਫਾਰਮੂਲਾ ਥਿਊਰੀ 'ਚ ਮੈਂ ਕੁਝ ਕੁਐਸਚਨ ਕਰਵਾਈ ਸੀ। करंट ਕੀ ਆ? करंट इज इक्वल टू V by R, साडा आंसर आ गया। बच्चे की करते हैं? बच्चे कहते जी वोल्टेज 6.5 होगी, रजिस्टेंस होगी 12 ओम, वोल्टेज 6.5, रजिस्टेंस होगी 12। आंसर आ गया साडा। कितना आंसर आ गया? 65 by 120, ਇਹਦਾ जो भी है लिख लियो एम्पीयर ਦੇ। ਜਦੋਂ ਆਪਾਂ ਇਦਾਂ ਕਰਤਾ ਸਵਾਲ, ਤਾਂ ਤੁਹਾਨੂੰ ਜੋ ਵੀ ਆਪਸ਼ਨ ਮਿਲਿਆ, ਜੋ ਤੁਹਾਡੀ ਕੈਲਕੂਲੇਸ਼ਨ ਤੋਂ ਬਾਅਦ ਡੈਸੀਮਲ ਚ ਆਊਗਾ, ਮੇਰੇ ਤੋਂ ਲਿਖਾ ਲਓ ਵੀ ਇਹ ਚੀਜ਼ ਹੋਊਗੀ ਜਿਹੜੀ ਇਹ ਤੁਹਾਡੇ ਚਾਰ ਆਪਸ਼ਨਸ ਦੇ ਵਿੱਚ ਹੋਊਗੀ 100%। ਆ ਚੀਜ਼ ਚਾਰ ਆਪਸ਼ਨਸ ਦੇ ਵਿੱਚ ਆਊਗੀ ਔਰ ਇਹ ਕੁਐਸਚਨ ਤੁਹਾਡਾ ਗਲਤ ਆ। ਕਾਟਾ ਮਾਰੋ ਇਹਦੇ। ਕਿਉਂ ਗਲਤ ਆ? ਬਿਕਾਜ਼ ਸਾਨੂੰ ਇੱਕ ਨਵੀਂ ਚੀਜ਼ ਪੇਸ਼ ਹੋ ਗਈ, ਕਹਿੰਦਾ ਬੈਰੀਅਰ ਵੋਲਟੇਜ। ਜੇ ਉਹ ਕਹਿੰਦਾ ਵੀ ਡਾਇਓਡ ਆਈਡੀਅਲ ਆ, ਉਹਦੀ ਕੋਈ ਬੈਰੀਅਰ ਵੋਲਟੇਜ ਨਹੀਂ, ਫਿਰ ਤੁਹਾਡਾ ਆਨਸਰ ਇਹ ਸਹੀ ਆ। ਬਟ ਜੇ ਉਹ ਬੋਲਦਾ ਵੀ ਇਹਦੀ ਬੈਰੀਅਰ ਵੋਲਟੇਜ ਹੈਗੀ, ਤਾਂ ਮਤਲਬ ਕੀ ਆ? ਇਹਦਾ ਮਤਲਬ ਇਹਨੇ ਬੈਰੀਅਰ ਓਪਨ ਕਰਨ ਦੇ ਵਾਸਤੇ ਵੀ ਥੋੜੀ ਜੀ ਵੋਲਟੇਜ ਖਪਤ ਕੀਤੀ, ਥੋੜੀ ਜੀ ਵੋਲਟੇਜ ਖਾਧੀ ਆ, ਥੋੜੀ ਜੀ ਵੋਲਟੇਜ ਕੰਜ਼ੰਪਸ਼ਨ ਹੋਈ ਆ। ਮਤਲਬ 6.5 ਵੋਲਟ ਅਪਲਾਈ ਕੀਤੇ ਤੇ ਇਹਦੀ ਬੈਰੀਅਰ ਵੋਲਟੇਜ VB ਕਿੰਨੀ? ਇਹਦੀ ਬੈਰੀਅਰ ਵੋਲਟੇਜ VB 0.5 ਵੋਲਟ। ਇਹਦਾ ਮਤਲਬ 6.5 ਦੇ ਵਿੱਚੋਂ 0.5 ਤਾਂ ਇਹ ਖਾ ਗਿਆ। ਇਹਨੇ ਅਲਾਉ ਕੀਤਾ ਕਰੰਟ। ਤੁਹਾਨੂੰ ਦੱਸਿਆ ਸੀ ਨਾ ਬੈਰੀਅਰ ਵੋਲਟੇਜ ਕੀ ਹੁੰਦੀ ਆ। ਫਾਰਵਰਡ ਬਾਇਸ ਕੈਰੈਕਟਰਿਸਟਿਕ ਦੇ ਵਿੱਚ ਜਿੰਨਾ ਚਿਰ ਕਰੰਟ ਚੱਲਦਾ ਨਹੀਂ, ਬੈਰੀਅਰ ਟੁੱਟਦਾ ਨਹੀਂ ਵਿਚਾਲੇ ਵਾਲਾ, ਉਹਨਾਂ ਚਿਰ ਕਰੰਟ ਨਹੀਂ ਚੱਲਣਾ। ਬੈਰੀਅਰ ਟੁੱਟੂਗਾ ਤਾਂ ਕਰੰਟ ਚੱਲਣਾ ਸ਼ੁਰੂ ਹੋਊਗਾ, ਤੇ ਬੈਰੀਅਰ ਟੁੱਟਣ ਵਾਸਤੇ એનર્ਜੀ ਚਾਹੀਦੀ ਆ। એનર્ਜੀ ਕੌਣ ਦਿੰਦਾ? ਬੈਟਰੀ। ਤਾਂ ਬੈਟਰੀ ਦੀ 0.5 ਵੋਲਟ ਜਿਹੜੀ ਹੈਗੀ ਆ ਪੋਟੈਂਸ਼ੀਅਲ ਡਿਫਰੈਂਸ, ਇਹ ਤਾਂ ਇੱਥੇ ਹੀ ਕੰਮ ਆ ਗਿਆ। ਬਚੀ ਹੋਈ ਵੋਲਟੇਜ ਕਰੰਟ ਚਲਾਓ। ਐਂਡ ਦਿਸ ਇਜ਼ ਦ ਟਵਿਸਟ ਆਫ ਕੁਐਸਚਨ। ਇਹੀ ਕੁਐਸਚਨ ਦੀ ਕੁੰਡੀ ਆ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਹੀ ਕੁਐਸਚਨ ਦੀ ਕੁੰਡੀ ਆ। ਤਾਂ ਮੇਰੇ ਕੋਲੇ ਕੀ ਆ? ਮੇਰੇ ਕੋਲੇ ਜਿੱਦਾਂ ਕੱਲ ਫਾਰਵਰਡ ਬਾਇਸ ਦੇ ਵਿੱਚ ਮੈਂ ਜਿਹੜਾ ਕਰੰਟ ਚਲਾਇਆ, ਉਹ ਕਰੰਟ ਇਸ ਤਰੀਕੇ ਨਾਲ ਉੱਪਰ ਵੱਲ ਨੂੰ ਵੱਧ ਰਿਹਾ ਸੀ, ਚੱਲਿਆ ਇੱਥੋਂ ਸੀ। ਪਹਿਲਾਂ ਕੋਈ ਕਰੰਟ ਨਹੀਂ ਚੱਲਿਆ, ਜੇ ਚੱਲੂਗਾ ਵੀ ਤੇ ਮਿਨੀਮਲ ਹੋਊਗਾ, ਬਹੁਤ ਬਹੁਤ ਥੋੜਾ ਹੋਊਗਾ। ਤਾਂ ਬੇਟਾ ਧਿਆਨ ਨਾਲ ਸੁਣ ਲਿਓ ਗੱਲ ਨੂੰ। ਮੇਰੇ ਕੋਲੇ ਆਨਸਰ ਕੀ ਬਣਦਾ? ਮੇਰੇ ਕੋਲੇ ਆਨਸਰ ਬਣਦਾ I ਇਜ਼ ਇਕੁਅਲ ਟੂ, ਦੇਖੋ ਫਾਰਮੂਲਾ ਕੋਈ ਸ਼ੱਕ ਨਹੀਂ, V ਬਾਈ R ਆ, ਇਹ 'ਚ ਕੋਈ ਸ਼ੱਕ ਨਹੀਂ। ਪਰ V ਦੀ ਵੈਲਿਊ ਕਿੰਨੀ ਆ? 6.5 ਟੋਟਲ ਸੀ,
ਇਹਦੇ ਵਿੱਚੋਂ 0.5 कम आ गई, ਜਿਹੜੀ कम आ गई ਉਹਨੇ करंट नहीं चलाया। समझ आ रही है? ਉਹ ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਅੱਛਾ ਚਲੋ ਇੱਕ ਹੋਰ Yes, ਸੌਖਾ sir. ਤਰੀਕਾ ਦੱਸਾਂ, ਇੱਕ ਹੋਰ ਸੌਖਾ ਤਰੀਕਾ ਦੱਸਾਂ। ਤੁਹਾਨੂੰ ਇੱਕ ਚੀਜ਼ ਪੜ੍ਹਾਈ ਹੋਈ ਆ ਵੀ ਆ ਬੈਟਰੀ ਆ, ਇਹਦੇ ਮੋਹਰੇ ਇੱਕ ਬੈਟਰੀ ਹੋਰ ਲਾਤੀ ਇਦਾਂ ਹੀ, ਆ ਪੋਜ਼ਿਟਿਵ ਨੂੰ ਪੋਜ਼ਿਟਿਵ। ਤੁਹਾਨੂੰ ਸੈਕੰਡ ਚੈਪਟਰ ਜਾਂ ਸੈਕੰਡ ਯੂਨਿਟ ਦੇ ਵਿੱਚ ਮੈਂ ਕਿਰਚੌਫ ਵੋਲਟੇਜ ਲਾਅ ਕਰਾਇਆ ਸੀ। ਇਹ ਵੋਲਟੇਜ ਲਾਅ ਹੀ ਹੋਰ ਉੱਥੇ ਕੀ ਹੈ, ਆ ਦੇਖੋ ਆ ਪੋਜ਼ਿਟਿਵ ਆ, ਤਾਂ ਜੇ ਨੈਗੇਟਿਵ ਚੋਂ ਪੋਜ਼ਿਟਿਵ ਚ ਆਏ, ਯਾਦ ਹੈ ਤੁਹਾਨੂੰ? ਦੋਨੇ ਤਰੀਕੇ ਨਾਲ ਹੋ ਜਾਂਦਾ। ਪਹਿਲਾਂ ਤਾਂ ਇੱਕ ਤਰੀਕਾ ਕਰੋ, ਮੇਰੇ ਕੋਲ ਕੀ ਆਇਆ 6.5 ਦੇ ਵਿੱਚੋਂ 0.5 ਸਬਟਰੈਕਟ ਕਰਤਾ ਤੇ ਡਿਵਾਈਡ ਬਾਈ ਰੈਜ਼ਿਸਟੈਂਸ ਲਿਖਤੀ 12, 6 ਡਿਵਾਈਡ ਬਾਈ 12 यानी कि 0.5 एम्पीयर, हाफ एम्पीयर कह लो या 0.5 एम्पीयर। आ ਤੁਹਾਡਾ ਆਨਸਰ आधा एम्पीयर करंट ਚੱਲਿਆ ਜੀ, हाफ एम्पीयर करंट ਚੱਲਿਆ। ਮੇਰੀ ਗੱਲ ਸਮਝੋ, ਇਹਨੂੰ ਹੋਰ ਤਰੀਕੇ ਨਾਲ ਕਿਵੇਂ ਕਰਾਂਗੇ? ਇੱਕ ਮੈਥਡ ਹੋ ਗਿਆ, ਨੋਟ ਹੋ ਗਿਆ ਤੁਸੀਂ। ਇੱਕ ਮੈਥਡ ਤੁਹਾਨੂੰ ਹੋਰ ਦੱਸ ਦੇਣਾ ਜੇ ਤੁਸੀਂ ਚਾਹੋ ਤਾਂ, ਤੁਹਾਨੂੰ ਕਿਰਚੌਫ ਵੋਲਟੇਜ ਲਾਅ ਰਿਪੀਟ ਵੀ ਹੋ ਜਾਊਗਾ। ਕਿਰਚੌਫ ਦਾ ਵੋਲਟੇਜ ਲਾਅ ਯਾਦ ਵੀ ਹੋ ਜਾਊਗਾ ਤੁਹਾਡੇ ਦੁਬਾਰਾ, ਮੈਨੂੰ ਪਤਾ ਭੁੱਲੇ ਪਏ ਤੁਸੀਂ। KVL ਕਰਾਇਆ ਹੋਇਆ ਤੁਹਾਨੂੰ। ਹੁਣ ਦੇਖੋ ਆਪਾਂ ਨੂੰ ਪਤਾ ਵੀ ਆ ਵੀ ਬੈਟਰੀ ਆ, ਤਾਂ ਇਹਨੂੰ ਵੀ ਅਸੀਂ ਮੰਨਦੇ ਵੀ ਇਹਦੀ ਵੋਲਟੇਜ ਇੱਧਰ ਪੋਜ਼ਿਟਿਵ ਤੇ ਇੱਧਰ ਨੈਗੇਟਿਵ, ਠੀਕ ਆ? ਮਤਲਬ ਦਿਸ ਸਪੇਸ ਲਾਈਕ ਅ ਬੈਟਰੀ, ਪੋਟੈਂਸ਼ੀਅਲ ਡਿਫਰੈਂਸ ਤਾਂ ਲੱਗੇ ਹੀ ਹੈ ਨਾ ਇੱਥੇ। ਤਾਂ ਬੈਟਰੀ ਇਹ ਵੀ ਆ 0.5 ਵੋਲਟ ਦੀ, ਇਹ 6.5 ਦੀ। ਜਦੋਂ ਮਾਈਨਸ ਤੋਂ ਪਲੱਸ ਵੱਲ ਨੂੰ ਇੱਥੋਂ ਸਟਾਰਟ ਹੋ ਜਾਓ, ਜਦੋਂ ਮਾਈਨਸ ਤੋਂ ਪਲੱਸ ਵੱਲ ਨੂੰ ਗਏ ਤਾਂ ਪੋਜ਼ਿਟਿਵ ਦਾ 6.5, ਠੀਕ ਆ, ਐਡ ਹੋ ਗਿਆ। ਪਰ ਜਦੋਂ ਪਲੱਸ ਤੋਂ ਮਾਈਨਸ ਚ ਐਂਟਰ ਕੀਤੇ ਤਾਂ ਮਾਈਨਸ ਦਾ 0.5। ਫਿਰ ਇਹਦੇ ਵਿੱਚੋਂ ਕਰੰਟ ਦੀ ਡਾਇਰੈਕਸ਼ਨ, ਆਪਾਂ ਵੀ ਇੱਧਰ ਨੂੰ ਕਰੰਟ ਦੀ ਡਾਇਰੈਕਸ਼ਨ 'ਚ ਹੀ ਚੱਲ ਰਹੇ ਆ, ਤਾਂ ਤੁਹਾਨੂੰ ਪਤਾ ਇਹ ਸਬਟਰੈਕਟ ਹੋ ਜਾਂਦਾ -12i ਇਜ਼ ਇਕੁਅਲ ਟੂ, ਇੱਥੇ ਆ ਕੇ ਵਾਪਸ ਕਿੰਨੇ ਆ ਗਏ? 0, ਕੋਈ ਪੋਟੈਂਸ਼ੀਅਲ ਨਹੀਂ। ਯਾਨੀ ਕਿ ਇਹ ਸਾਡਾ KVL ਆ, ਕਿਰਚੌਫ ਵੋਲਟੇਜ ਲਾਅ, ਜਿਹੜਾ ਮੈਂ ਤੁਹਾਨੂੰ ਸੈਕੰਡ ਚੈਪਟਰ ਸੈਕੰਡ ਯੂਨਿਟ ਦੇ ਵਿੱਚ ਕਰਵਾਇਆ ਹੋਇਆ। ਤਾਂ ਬੇਟਾ ਮੇਰੇ ਕੋਲੇ ਆਨਸਰ ਕਿੰਨਾ ਹੁੰਦਾ? ਇਹ ਆਇਆ 6.5 ਮਾਈਨਸ 0.5, 6 ਇਜ਼ ਇਕੁਅਲ ਟੂ 12i। ਚੈੱਕ ਕਰਿਓ i ਦੀ ਵੈਲਿਊ 6/12, i ਦੀ ਵੈਲਿਊ ਹਾਫ ਐਂਪੀਅਰ, ਐਂਡ ਦਿਸ ਇਜ਼ ਆਨਸਰ। ਇਹ ਤੁਹਾਡਾ ਆਨਸਰ। ਦੱਸੋ ਕਿੰਨਾ ਕੁ ਮੁਸ਼ਕਲ ਕੁਐਸਚਨ? KVL ਵੀ ਲੱਗਦਾ। ਦੇਖੋ ਕਿਰਚੌਫ ਦਾ ਵੋਲਟੇਜ ਲਾਅ ਕਿੱਥੇ ਕਿੱਥੇ ਕੰਮ ਆਉਂਦਾ? ਕਿਰਚੌਫ ਦਾ ਵੋਲਟੇਜ ਲਾਅ ਕਰੰਟ ਵਾਲੇ ਚੈਪਟਰ 'ਚ ਕੰਮ ਆਉਂਦਾ। ਕਿਰਚੌਫ ਦਾ ਵੋਲਟੇਜ ਲਾਅ ਤੁਹਾਡੇ ਕੈਪੈਸਿਟਰ ਵਾਲੇ ਚੈਪਟਰ 'ਚ ਕੰਮ ਆਉਂਦਾ। ਕਿਰਚੌਫ ਦਾ ਵੋਲਟੇਜ ਲਾਅ ਤੁਹਾਡੇ ਡਾਇਓਡ ਦੇ ਕੁਐਸਚਨਸ 'ਚ ਕੰਮ ਆਉਂਦਾ। ਤੁਹਾਨੂੰ ਹੋਰ ਕੀ ਚਾਹੀਦਾ? ਇੱਕ ਵੋਲਟੇਜ ਲਾਅ ਢੰਗ ਨਾਲ ਕਰ ਲਓ, ਤੁਹਾਡਾ ਇਹ ਕੁਐਸਚਨ ਰੁਕਦੇ ਨਹੀਂ, ਬੜਾ ਆਸਾਨ। ਨਹੀਂ ਤਾਂ ਦੇਸੀ ਜਟਕਾ ਮੈਥਡ ਹੈ ਹੀ ਆਪਣੇ ਕੋਲੇ, ਵੀ ਇਹਨੇ ਵੀ ਖਾਲੀ ਵੋਲਟੇਜ ਇਹਦੇ ਚੋਂ ਉਹਨੂੰ ਮਾਈਨਸ ਕਰ ਦੋ, ਬਚੀ ਹੋਈ ਨੂੰ ਜਿਹੜਾ ਹੈਗਾ V = IR ਵਾਲਾ ਫਾਰਮੂਲਾ ਲਾ ਕੇ ਫੰਡਾ ਕਲੀਅਰ ਕਰ ਦੋ, ਠੀਕ ਆ? ਪਰ ਜਦੋਂ ਥੋੜਾ ਜਿਹਾ ਕੰਪਲਿਕੇਟਡ ਸਰਕਟ ਹੋ ਜਵੇ, ਠੀਕ ਆ, ਫਿਰ KVL ਸਭ ਤੋਂ ਬੈਟਰ ਆ। ਆ ਜਾਓ ਕੁਐਸਚਨ ਚੇਂਜ ਕਰਾਂਗੇ, ਕੁਐਸਚਨ ਚੇਂਜ ਕਰਾਂਗੇ। ਇਹ ਤੁਸੀਂ ਆਪਣੇ ਆਪ ਕਰਨਾ ਤੇ ਮੈਨੂੰ ਆਨਸਰ ਦੇਣਾ, ਸ਼ੇਅਰ ਬਣ ਜੂ। ਕੁਐਸਚਨ ਨੰਬਰ 2, ਕੁਐਸਚਨ ਚੇਂਜ ਕੀਤਾ ਮੈਂ। 1.7 volt and this is diode and there is a resistance of 2 ohm in series। 2 ohm ਦੀ resistance ਆ series ਦੇ ਵਿੱਚ। ਇਹ ਡਾਇਓਡ ਸਿਲੀਕਨ ਦਾ, ਸਿਲੀਕਨ ਡਾਇਓਡ। ਕਾਹਦਾ ਡਾਇਓਡ ਆ? ਸਿਲੀਕਨ ਦਾ। ਤੇ ਕੁਐਸਚਨ ਕੀ ਕਰਦਾ? ਕਹਿੰਦਾ ਫਾਈਂਡ ਆਊਟ ਕਰੰਟ, find out current through silicon diode। ਕਹਿੰਦਾ ਜੀ ਸਿਲੀਕਨ ਡਾਇਓਡ ਚੋਂ ਕਰੰਟ ਪਤਾ ਕਰਕੇ ਦੱਸੋ। ਇਹ ਮੇਰਾ ਕੁਐਸਚਨ, find out current through silicon diode। ਜਲਦੀ ਕਰੋ ਕੁਐਸਚਨ, ਚੈੱਕ ਕਰ ਲਿਓ ਫਾਰਵਰਡ ਆ ਕਿ ਰਿਵਰਸ ਆ। ਪਰ ਇੱਕ ਗੱਲ ਧਿਆਨ ਰੱਖਿਓ, ਸਿਲੀਕਨ ਡਾਇਓਡ ਦੀ ਬੈਰੀਅਰ ਵੋਲਟੇਜ ਕਿੰਨੀ ਹੁੰਦੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਇਸ ਕੁਐਸਚਨ 'ਚ ਬੈਰੀਅਰ ਵੋਲਟੇਜ ਦਿੱਤੀ ਨਹੀਂ, ਕਿੰਨੀ ਹੁੰਦੀ ਹੈ? 0.7। ਕੁਐਸਚਨ ਨਹੀਂ ਕਰਨਾ, ਆਨਸਰ ਦੇਣਾ। 0.7। 0.7। ਤਾਂ ਧਿਆਨ ਰੱਖਿਓ VB ਬੈਰੀਅਰ ਵੋਲਟੇਜ ਜਿਹੜੀ ਐਤਕੀ ਵਾਰ ਉਹ ਕਿੰਨੀ ਹੈ? 0.7 ਵੋਲਟ ਐਂਡ ਇਟ ਇਜ਼ ਨਾਟ ਗਿਵਨ। ਇਹ ਕੁਐਸਚਨ 'ਚ ਦਿੱਤੀ ਨਹੀਂ, ਤੁਹਾਨੂੰ ਯਾਦ ਰੱਖਣੀ ਪੈਣੀ, ਬਿਕਾਜ਼ ਡਾਇਓਡ ਇਜ਼ ਆਫ ਸਿਲੀਕਨ। ਡਾਇਓਡ ਸਿਲੀਕਨ ਦਾ ਬਣਿਆ। ਕੁਐਸਚਨ ਬਾਕੀ ਦਾ ਸੇਮ ਆ, ਜਲਦੀ ਕਰੋ, ਆਨਸਰ ਦਿਓ ਕਿੰਨਾ ਆਇਆ। ਸ਼ਾਬਾਸ਼ ਮੇਰੇ ਸ਼ੇਰ।
KVL ਤਾਂ ਬੜਾ ਘੈਂਟ ਆ, ਕਿਰਚੌਫ ਵੋਲਟੇਜ ਲਾਅ। Sir, 0.5. ਹਾਂ ਬਈ 0.5 ਆ ਰਿਹਾ। ਕਿਹੜੇ ਹਿਸਾਬ ਨਾਲ ਆਇਆ ਮੈਨੂੰ ਇਹ ਨਹੀਂ ਸਮਝ ਆਈ। ਚਲੋ ਕੋਈ ਨਹੀਂ, ਦੇਖ ਲੈਂਦੇ। ਦੇਖੋ ਬੜਾ ਫੰਡਾ ਕਲੀਅਰ ਆ ਵੀ ਟੋਟਲ ਕਰੰਟ ਜਿਹੜਾ ਫਾਈਂਡ ਕਰਨਾ, ਵੋਲਟੇਜ ਹੈਗੀ ਆ 1.7, ਇਹਦੇ ਵਿੱਚੋਂ 0.7 ਕੰਮ ਆ ਗਈ ਸਾਡੇ, ਤੇ ਡਿਵਾਈਡ ਬਾय 2 ਕਰਤਾ ਮੈਂ, ਤਾਂ 1/2। ਹਾਂ ਭਾਈ 0.5 ਐਂਪੀਅਰ, ਇਹਦਾ ਵੀ ਸੇਮ ਆਇਆ। ਠੀਕ ਆ ਕਿ ਇੱਕ ਚੀਜ਼ ਰਹਿ ਗਈ ਇਸ ਕੁਐਸਚਨ 'ਚ, ਥੋੜਾ ਜਿਹਾ ਚੇਂਜ ਕਰੋ। ਮੰਨ ਲਓ ਇਸ ਡਾਇਓਡ ਦੀ ਰੈਜ਼ਿਸਟੈਂਸ ਵੀ 4 ਓਮ ਲਿਖੀ ਹੋਈ ਆ, ਇੱਥੇ ਸਰਕਟ 'ਚ ਲਿਖੋ। ਹੁਣ ਸਵਾਲ 'ਚ ਥੋੜਾ ਟਵਿਸਟ ਆ ਗਿਆ ਵੀ ਉਹ ਫਿਰ ਉਹਦੇ ਨਾਲ ਦੇ ਬਣ ਗਿਆ ਨਾ। ਹੁਣ ਚੇਂਜ ਆਇਆ ਥੋੜਾ ਜਿਹਾ, ਡਾਇਓਡ ਦੀ ਰੈਜ਼ਿਸਟੈਂਸ ਵੀ ਤੁਹਾਨੂੰ ਦਿੱਤੀ ਆ, ਡਾਇਓਡ ਦੀ ਰੈਜ਼ਿਸਟੈਂਸ ਗਿਵਨ ਆ, ਇਹਦੇ ਤੇ ਵੋਲਟੇਜ ਦਾ ਡ੍ਰੌਪ ਵੀ ਗਿਵਨ ਆ 0.7, ਡਾਇਓਡ ਦੀ ਰੈਜ਼ਿਸਟੈਂਸ ਵੀ ਗਿਵਨ ਆ, ਤਾਂ ਰੈਜ਼ਿਸਟੈਂਸ ਸੀਰੀਜ਼ 4 ਤੇ 2 ਕਿੰਨੀ ਹੋ ਗਈ 6 ਹੋਈ ਕਿ ਨਹੀਂ ਹੋਈ? ਹੁਣ ਕਰਿਓ ਕੁਐਸਚਨ। 1/6 ampere. ਹਾਂ ਜੋ ਆਇਆ 1/6 ਹੈ, ਇਹ ਤੁਹਾਡਾ ਆਨਸਰ ਬਣਦਾ। 4 ਓਮ ਡਾਇਓਡ, ਸਿਲੀਕਨ ਡਾਇਓਡ ਦੀ ਰੈਜ਼ਿਸਟੈਂਸ 4 ਓਮ। ਤਾਂ 4 ਓਮ ਤਾਂ ਰਹਿਣੀ ਹੈ, ਇਹਨੇ ਤਾਂ ਆਪਦਾ ਕੰਮ ਕਰਨਾ ਹੀ ਆ। 2 ਹੋ ਗਈ 6 ਹੋ ਗਈ, ਤੁਹਾਡਾ ਆਨਸਰ ਕੀ ਆ ਗਿਆ 1/6। चलिए कंटिन्यू करिए क्वेश्चन पे। चलो एक छोटा सा क्वेश्चन और कर दें। आ जाओ क्वेश्चन नंबर 3, डायग्राम बना लो। अब डायोड हो गया, डायोड डराउंदा नहीं, डायोड बड़ा सिंपल है। एक रजिस्टेंस इत्थे लगा दो, एक रजिस्टेंस इत्थे लगा दो, एक रजिस्टेंस होर लगा लो, इहदे नाल एक बैटरी, बना लो। 5 वोल्ट की बैटरी होगी, माइनस आ प्लस, डायोड फॉरवर्ड ही चल रहा है अजे तक, डायोड रिवर्स नहीं गा। 3 रजिस्टेंसेस आ 5 ओम, 20 ओम, 15 ओम। करदा राज अपना करंट चलाना आई, चला दो। जे करंट की वैल्यू 0.1 एम्पीयर होवे तो कहंदा जी फाइंड करो डायोड की रजिस्टेंस कितनी है। डायोड की रजिस्टेंस मैं आर लिख देना, डायोड की। हाँ बेटा सर करंट देखो, इफ क्वेश्चन लिखो, इफ करंट इज इक्वल टू या आई इज इक्वल टू 0.1 एम्पीयर, I is equal to 0.1 ampere, क्वेश्चन कंप्लीट करो। फाइंड आउट रेजिस्टेंस ऑफ डायोड, कहता जी डायोड की रेजिस्टेंस फाइंड करो। फाइंड आउट रेजिस्टेंस ऑफ डायोड। हाँ जी जल्दी करो, देखते कौन पहला करता।
10 ohm. कितनी आ गई बेटा? Sir, 10 ohm. हाँ भाई सब दी 10 ओम आ रही है। आवाज नहीं आई कि सारे बच्चों की 10 ओम रजिस्टेंस आ रही है कि नहीं आ रही? Yes, sir. बोलो। फॉलो कर रहे हैं? तो ये 10 ओम रजिस्टेंस है। क्लियर? चलिए एक सवाल और करिए। मैं दस देना किदा करना। क्वेश्चन कुछ भी नहीं, V इज इक्वल टू आई आर वाला फार्मूला लाना। V इज इक्वल टू आई इंटू आर। हुण आर रजिस्टेंस है सारी आ, आर टोटल ते सब कुछ सीरीज दे विच आ। ਇਹਦੀ कोई रजिस्टेंस नहीं, ਇਹਦੀ आर है 20 आ 15 आ 5। तो बेटा V की वैल्यू 5 होगी, I 0.1 हो गया, R की वैल्यू कितनी होगी बेटा? R प्लस 20 प्लस 15 प्लस 5 सारे सीरीज च। तो जस्ट एक ना जिदा एक छोटा जिहा सवाल हुंदा जिहड़ा अपने करंट इलैक्ट्रिसिटी का 10th लैवल का, वो चीज बन गई। 5/0.1 इज इक्वल टू R प्लस ये बन गया तुहाडा कितना 40 40 बन गया ना। ये 50 आ गया, 50 माइनस 40 R इज इक्वल टू 50 माइनस 40 इज इक्वल टू 10 ओम। बड़ा सिंपल जिहा क्वेश्चन बनया, बड़ा सिंपल। चलो नेक्स्ट बेटा अपने आप कराया करो क्वेश्चंस नु, कोशिश कराया करो सारे बच्चे कि क्वेश्चन नु अपने आप सॉल्व करो। ये क्वेश्चन इदां दे आ भी ये तुहानू पेपर च भी मिल जाने आ और ये सौखे भी बहुत आ, आसान बहुत आ। नेक्स्ट चलो हुण थोड़ा जिहा ट्विस्ट होर आउंदे क्वेश्चन च। क्वेश्चन नंबर 4 आज मेरे कोले की आ, एक बैटरी इधर वाले पासे एक रजिस्टेंस लगा लो, एक डायोड लगा लो, ਇਹਦੇ ਨਾਲ फिर एक रजिस्टेंस लगा लो। आ चीज बना लो। देखो भई आ 10 ओम आ, 25 ओम आ 15 ओम आ। ओके ਇਹਦੀ वोल्टेज कितनी करा? 5 वोल्ट कर लो, 5 वोल्ट। कहना फाइंड आउट टोटल करंट, आई पता कर। फाइंड आउट करंट आई, करंट आई पता कर। ओके मेरा क्वेश्चन है करंट आई पता कर, दिस इज द क्वेश्चन, ये मेरा सवाल है। करिए पता, सवाल देख के ना डर जाओ, क्वेश्चन बड़ा आसान है, क्वेश्चन बहुत आसान है, क्वेश्चन देख के ना डर जाओ। बोलो भी की होगा। सब तो पहला ट्विस्ट जिहड़ा हुंदा इस सर्किट दे विच वो हैगा ਇਹਦਾ, ये डायोड लग्या। पहला तो ये देखो भी डायोड फॉरवर्ड है कि रिवर्स है। हाँ भाई अनमोलदीप माइक चलदा तेरा, डायोड फॉरवर्ड है कि रिवर्स? गगन दस भाई। गगनदीप है डायोड फॉरवर्ड है कि रिवर्स? रिवर्स। रिवर्स। हाँ भाई गगनदीप तो रिवर्स बोल रहा है। गुरनूर बोल भाई तू। Sir, reverse. रिवर्स गुड। डायोड रिवर्स आ क्योंकि आ पॉजिटिव ते आ नेगेटिव, पॉजिटिव नु नेगेटिव n मिल गया, इट मीनस आ रिवर्स गया। जदों आ रिवर्स गया तो की इस तार चों करंट चलूगा? No, sir. नो, करंट इधरों आया आई, इधरों करंट नहीं चलना, नो करंट। क्यों? बिकॉज इट इज इन रिवर्स बायस। ये रिवर्स दसना नहीं पेपर च तुहानू किसी ने, ये आप अकल लाउणी पैनी है। तो करंट का मतलब सारे का सारा इधर दी लंघ गया और इधरों इधर चला गया। की हुण सवाल हो गया?
I is equal to V by R। वोल्टेज 5 आ तो रजिस्टेंस कितनी आ, इथों शुरू हो जाओ 15 ਤੇ 10 25 ਆ 25 नहीं कंसीडर करनी किते इधर दी जाके पैरेलल कंबीनेशन बना दो। पैरेलल कंबीनेशन ਤਾਂ ਬਣੂਗਾ ਜੇ ਆ ਸੀਰੀਜ਼ ਦੇ ਵਿੱਚ ਜੇ ਆ ਫਾਰਵਰਡ ਬਾਇਸ ਹੋਵੇ। ਫਿਰ 10 ਤੇ 25 ਨੂੰ ਮਲਟੀਪਲਾਈ ਕਰਕੇ 10 into 25 divided by 10 plus 25 R1 R2 upon R1 plus R2 ਜਿਹੜਾ ਰੈਜ਼ਿਸਟੈਂਸ ਦੀ ਪੈਰਲਲ ਕੰਬੀਨੇਸ਼ਨ ਦਾ ਫਾਰਮੂਲਾ, then you will use that one। ਫਿਰ ਤੁਹਾਨੂੰ ਉਹ ਯੂਜ਼ ਕਰਨਾ, ਠੀਕ ਹੈ ਨਾ। ਫਿਲਹਾਲ ਮੇਰੇ ਕੋਲੇ ਜਿਹੜਾ ਹੈਗਾ ਉਹ ਆਹੀ ਆਨਸਰ, ਠੀਕ ਹੈ 15 plus 10 ਤਾਂ ਮੇਰੇ ਕੋਲੇ ਆ ਗਿਆ 5 upon 25 यानी कि मेरे को आ गया 1/5 एम्पीयर। ये मेरा आंसर है। जे किसी को कोई शक आ पूछ लो। चलो एक क्वेश्चन होर ਇਹਦੇ ਵਿੱਚ ਹੀ ਐਡ ਕਰ ਦਿੰਦੇ ਹਾਂ। ਮੰਨ ਲਓ तो कोई ਤੁਹਾਨੂੰ ਕਹੇ ਵੀ ਇੱਥੇ ਦੋ ਕਰੰਟ ਆ, ਇੱਕ I1 ਆ ਜੀ ਇੱਧਰ ਵੱਲ ਨੂੰ ਗਿਆ, ਇੱਧਰ ਵੱਲ ਨੂੰ ਕਰੰਟ ਗਿਆ I2, then what are the values of I1 and I2? ਤੇ ਦਿਮਾਗ ਚੱਲਦਾ ਕਿ ਨਹੀਂ ਚੱਲਦਾ? ਬੋਲੋ I1 ਦੀ ਵੈਲਿਊ ਕਿੰਨੀ ਹੋਊਗੀ? हाँ भी अशमन बोल बेटा। सर करंट हाफ हो जाएगा। ओ यार कित्थों हाफ हो जू यार, परले पासे तो पैन लग्या पे जान ही नहीं दिंदा कोई। अच्छा ठीक है सर। ਤੁਹਾਨੂੰ ਤੁਸੀਂ ਕੰਟੈਂਟ ਦੇਖੋ ਨਾ, ਪਹਿਲਾਂ ਕਰੰਟ ਪਿੱਛੋਂ ਆਈ ਆਇਆ, ਉਹਨੇ ਜਾਣਬੁੱਝ ਕੇ ਸਵਾਲ ਕਿੱਥੇ I1 ਲਿਖਿਆ ਵੀ I1 ਦੀ ਵੈਲਿਊ ਦੱਸੋ। ਤਾਂ ਤੁਸੀਂ ਤਾਂ ਅਕਲ ਲਾਉਣੀ ਹੈ ਨਾ ਵੀ ਕਰੰਟ ਆ ਰਹਾ ਹੀ ਹੈ ਨਹੀਂ, ਇੱਧਰ ਨੂੰ ਤਾਂ ਕਰੰਟ ਜਾਣਾ ਨਹੀਂ, ਕਰੰਟ ਦਾ ਤਾਂ ਰਸਤਾ ਹੀ ਇੱਕ ਆ ਨਾ, ਕਰੰਟ ਨੇ ਤਾਂ ਜਾਣਾ ਹੀ ਇੱਧਰ ਦੀ ਆ। ਇਟ ਮੀਨਸ ਸਾਰਾ ਕਰੰਟ ਐਂ ਦੀ ਜਾਊਗਾ। I1 ਦੀ ਵੈਲਿਊ ਮੰਨ ਲਓ ਮੈਂ ਸਰਕਟ 'ਚ ਏਦਾਂ ਲਿਖਾਂ, I1 ਦੀ ਵੈਲਿਊ ਕਿੰਨੀ ਹੋਊਗੀ? I1 ਦੀ ਵੈਲਿਊ ਹੋਊਗੀ ਸਾਡੀ 1/5 ਐਂਪੀਅਰ, ਔਰ I2 ਦੀ ਵੈਲਿਊ ਕਿੰਨੀ ਹੋਊਗੀ? 0। ਉਹ ਬੜਾ ਸਿੰਪਲ ਜਿਹਾ ਕੰਮ ਆ ਬੇਟਾ, ਪਤਾ ਲੱਗ ਰਿਹਾ? ठीक है सर, मैं डायोड लग गया। ਡਾਇਓਡ ਰਿਵਰਸ ਬਾਇਸ ਫਾਰਵਰਡ ਬਾਇਸ ਦੇਖਣਾ, ਜਿੱਥੇ ਡਾਇਓਡ ਲੱਗ ਗਿਆ ਤੁਹਾਡੇ ਦਿਮਾਗ 'ਚ ਇੱਕੋ ਗੱਲ ਹੋਣੀ ਚਾਹੀਦੀ ਵੀ ਫਾਰਵਰਡ ਆ ਕਿ ਰਿਵਰਸ ਆ, ਹੋਰ ਕੋਈ ਗੱਲ ਨਹੀਂ ਹੋਣੀ ਚਾਹੀਦੀ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? चलना कंटिन्यू करा? Yes, sir. चलो क्वेश्चन दी एक प्रैक्टिस होर करो छोटी जी दी, मैं ਇਹਦੇ ਵਿੱਚ ਥੋੜਾ ਜਿਹਾ ਚੇਂਜ ਕਰਕੇ क्वेश्चन ਪਾਉਣਾ। आ जाओ, मैं इसे क्वेश्चन ਚ ਹਲਕਾ ਜਿਹਾ ਚੇਂਜ ਕਰਕੇ क्वेश्चन ਨਵਾਂ ਬਣਾਉਣ ਲੱਗਿਆ। ठीक है, ਤੁਸੀਂ ਦੁਬਾਰਾ ਪਾ ਲਓ क्वेश्चन नंबर 5 ਪਾ ਲਓ। आ चीज बना, दो डायोड आ, दोनों सिलिकॉन डायोड आ, ठीक आ भी सिलिकॉन डायोड आ। ਜਦੋਂ ਸਿਲੀਕਨ ਦਾ ਨਾਮ ਲੈਤਾ ਦਿਮਾਗ ਦੀ ਘੰਟੀ ਵੱਜ ਜਾਣੀ ਚਾਹੀਦੀ ਹੈ। ਇਹ ਵੀ ਸਿਲੀਕਨ ਡਾਇਓਡ ਆ। ਆਹ ਵਾਲੀ ਰੈਜ਼ਿਸਟੈਂਸ ਤੁਹਾਡੀ ਕਿੰਨੀ ਲਿਖਾਂ? 30 ਓਮ ਲਿਖ ਲਓ। ਆਹ ਵਾਲੀ ਰੈਜ਼ਿਸਟੈਂਸ ਤੁਹਾਡੀ 20 ਓਮ ਲਿਖ ਲਓ। ਇੱਥੇ ਰੈਜ਼ਿਸਟੈਂਸ ਇੱਕ ਹੋਰ ਲਗਾ ਲਓ ਵਿਚਾਲੇ 10 ਓਮ। ਸਵਾਲ ਕੀ ਆ? ਦੋ ਕਰੰਟ ਚਲਾਵਾਂਗੇ, ਇੱਕ I1 ਤੇ ਦੂਸਰਾ I2। ਦੋ ਕਰੰਟ ਚਲਾਵਾਂਗੇ, ਇੱਕ I1 ਤੇ ਦੂਸਰਾ I2। ਵੋਲਟੇਜ ਹੈਗੀ 5.2 ਵੋਲਟ। ਕਿੰਨੀ ਹੈਗੀ ਆ? 5.2 ਵੋਲਟ बैटरी दी। हाँ जी, कहता फाइंड आउट करंट। सेम क्वेश्चन, डर ना जाए सवाल था। सब तो पहला काम किया, सब तो पहला काम की देखना? हाँ भाई जसलीन। Sir, diode देखना है, forward है। डायोड देखना, गुड शाबाश। मनवीर बोल भाई, केड़ा डायोड फॉरवर्ड केड़ा रिवर्स? सर I1 वाला रिवर्स है, I2 वाला फॉरवर्ड है। फॉरवर्ड है, ਇਹਦਾ मतलब ਆਹ ਵਾਲਾ ਤਾਂ ਹੈਗਾ ਰਿਵਰਸ। ਇਹਦੇ ਤੇ ਕਹਾਣੀ ਖਤਮ ਹੋ ਗਈ। ਇਹਨੇ ਕਰੰਟ ਚਲਾਉਣਾ ਕਿ ਨਹੀਂ ਚਲਾਉਣਾ?
No, sir. नहीं चलाना नो, ਇਹਨੇ ਨਹੀਂ ਚਲਾਉਣਾ, ਇਹਦਾ ਮਤਲਬ ਇਹਦੀ ਵੈਲਿਊ ਖਤਮ, ਇੱਧਰ ਕਰੰਟ ਆਉਣਾ ਹੀ ਨਹੀਂ, ਤਾਂ ਜਿਹੜਾ ਕਰੰਟ ਆ ਸਾਰਾ ਫਿਰ ਇੱਧਰ ਦੀ ਜਾਊਗਾ। ਓਕੇ, ਅੱਛਾ ਸਿਲੀਕਨ ਡਾਇਓਡ ਦਾ ਮਤਲਬ ਕੀ ਆ, ਕਿੰਨੀ ਵੋਲਟੇਜ ਖਾਂਦਾ? 0.7 0.7 ਕਿੰਨੀ ਖਾਂਦਾ? 0.7 ਵੋਲਟ। ਦੱਸੋ ਇਹ 5.2 ਚ ਐਡ ਹੋਊਗੀ ਕਿ ਸਬਟ੍ਰੈਕਟ ਹੋਊਗੀ? ਬੋਲੋ ਵੀ ਗਗਨ। 0.7 ਜਿਹੜੀ ਆ ਇਹ ਇਹਦੇ ਵਿੱਚ ਐਡ ਹੋਣੀ ਕਿ ਸਬਟ੍ਰੈਕਟ ਹੋਣੀ? ਸਰ ਸਬਟਰੈਕਟ ਹੋਊਗੀ। ਸਬਟ੍ਰੈਕਟ ਹੋਊਗੀ, ਕਿਉਂ? ਕਿਉਂਕਿ ਇਹ ਖਾ ਰਿਹਾ, ਇਹ ਦੇ ਨਹੀਂ ਰਿਹਾ। ਇਹ ਕੋਈ ਬੈਟਰੀ ਨਹੀਂ ਜਿਹੜੀ ਦੇ ਦੂਗੀ ਵੋਲਟੇਜ। ਔਰ ਜੇ ਬੈਟਰੀ ਮੰਨਾ ਵੀ ਤਾਂ ਪੁੱਠੀ ਬੈਟਰੀ ਆ, ਪੋਟੈਂਸ਼ੀਅਲ ਬੈਰੀਅਰ ਪੁੱਠਾ ਲੱਗਿਆ, ਪੋਜ਼ਿਟਿਵ ਨੂੰ ਪੋਜ਼ਿਟਿਵ ਮਿਲੀ ਜਾਂਦਾ, ਆ ਪੋਜ਼ਿਟਿਵ ਹੈ ਨਾ, ਤਾਂ ਜਦੋਂ ਬੈਟਰੀ ਦੇ ਪੋਜ਼ਿਟਿਵ ਨੂੰ ਪੋਜ਼ਿਟਿਵ ਮਿਲੇ ਤਾਂ ਆਪਾਂ ਜਿਹੜੀ ਵੋਲਟੇਜ ਆ ਸਬਟ੍ਰੈਕਸ਼ਨ ਕਰੀਦਾ ਹੁੰਦਾ ਸੀ ਨਾ, ਉਹੀ ਚੀਜ਼ ਆ। ਤਾਂ ਮੇਰੇ ਕੋਲੇ V ਦੀ ਵੈਲਿਊ ਆ ਗਈ 5.2 ਮਾਈਨਸ 0.7 ਅਪੋਨ R ਕਿੰਨਾ? ਦੇਖੋ R ਦੇ ਵਿੱਚ 10 ਆ ਲਾ ਲਓ, ਇੱਧਰ ਨੂੰ ਗਏ ਤੇ 30 ਆ ਲਾ ਲਓ, 20 ਲੱਗਣਾ ਕਿ ਨਹੀਂ ਲੱਗਣਾ? ਕਿਉਂ ਬਈ? ਇੱਕ ਕੰਮ ਹੋਰ ਕਰੋ, ਇੱਥੇ ਲਾਓ, ਆ ਵੀ ਕਰ ਲਓ, ਇੱਥੇ ਵਿੱਚ ਹੀ ਲਾ ਦਿਓ, 5 ਓਮ ਇੱਥੇ ਲਾ ਦਿਓ, ਕੰਮ ਤੁਹਾਡਾ ਸੌਖਾ ਕਰ ਦੇਣਾ। ਬਸ ਡਰ ਨਾ ਜਾਇਓ, ਬੱਚਿਆਂ ਨੇ ਪਤਾ ਕਿ ਬੱਚਿਆਂ ਦੇ ਸਿਰਫ ਪ੍ਰੈਕਟਿਸ ਘੱਟ ਹੋਣ ਦਾ ਕਰਕੇ ਬੱਚੇ ਡਰਦੇ ਆ ਇਹਨਾਂ ਕੁਐਸਚਨਸ ਤੋਂ। ਪ੍ਰੈਕਟਿਸ ਕਰੋਗੇ ਇਹ ਕੁਐਸਚਨਸ ਵਿਦਿਨ ਮਿੰਟ ਹੁੰਦੇ ਆ। ਇਹ ਕੁਐਸਚਨ ਇਦਾਂ ਦੇ ਆ ਵੀ ਇਹ ਉਹਦੇ ਵਾਂਗੂ ਇਲੈਕਟ੍ਰੋਸਟੈਟਿਕਸ ਵਾਂਗੂ ਜਾਂ ਉਧਰ ਜਿਹੜੇ ਕੁਐਸਚਨ ਆਪਾਂ ਪਹਿਲਾਂ ਕਰਕੇ ਆਏ ਆ ਉਹਨਾਂ ਵਾਂਗੂ ਲੈਂਥੀ ਲੂੰਥੀ ਨਹੀਂ ਹੁੰਦੇ। ਇਹ ਕੁਐਸਚਨ ਤੇ ਡਾਇਗਰਾਮ ਦੇਖੋ, ਸੋਲੂਸ਼ਨ ਕਰ ਦਿਓ, ਵਿਦਿਨ ਹਾਫ ਮਿੰਟ ਇਹ ਕੁਐਸਚਨ ਹੋ ਜਾਂਦਾ ਜੇ ਤੁਸੀਂ ਸਹੀ ਪੜ੍ਹੇ ਆ। ਆ ਜਾਓ 10 30 ਤੇ 5 ਆ ਦੋ ਤਾਂ ਆਉਣਗੇ, ਪਰ 20 ਦੀ ਲੋੜ ਨਹੀਂ ਕਿਉਂਕਿ ਇੱਧਰ ਕਰੰਟ ਗਿਆ ਹੀ ਨਹੀਂ। ਤਾਂ ਆਹ ਤਾਰ ਤਾਂ ਖਾਮਖਾ ਲੱਗੀ ਹੋਈ ਹੈ, ਇਹ ਭਾਵੇਂ ਲਾ ਦੋ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਮੇਰੇ ਕੋਲ ਰੈਜ਼ਿਸਟੈਂਸ ਕਿੰਨੀ ਆ? 10 plus 30 plus 5। ਜੇ ਕਿਸੇ ਨੂੰ ਕੋਈ ਸ਼ੱਕ ਆ ਪੁੱਛ ਲਓ। ਆਨਸਰ ਕਿੰਨਾ ਆ ਗਿਆ? Sir, approximately 0.05. ਦੇਖੋ ਵੀ ਆ ਤਾਂ ਹੋ ਗਿਆ ਤੁਹਾਡਾ 4.5 ਡਿਵਾਈਡ ਬਾय 45। ਕਿੰਨਾ ਆਨਸਰ ਆਇਆ? ਹੈ ਮਾਸ਼? नहीं sir, मैं माइनस गलत करता। सो 0.1 एम्पियर आ गया। 1/9 ਸਰ। ਜੇ ਤੁਹਾਡਾ ਆਨਸਰ 1/9 ਕੀ ਹੋਇਆ ਤੈਨੂੰ? ਇਹ ਕਿਹੜੇ ਹਿਸਾਬ ਨਾਲ 1.1/9 ਆਉਂਦਾ? ਕਿਹੜੀ ਕੈਲਕੂਲੇਸ਼ਨ सर ਕਰ ਰਹੇ ਹੋ? 0.1 आ रहा है। 0.1 ਆ ਰਿਹਾ। 4.5 ਡਿਵਾਈਡ ਬਾय 45 ਕਿੰਨਾ ਆ ਗਿਆ? 1/10, 0.1 ਐਂਪੀਅਰ। ਪਤਾ ਵੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ? ਬੋਲੋ ਬਈ। यस सर। ਚਲੋ ਇੱਕ ਕੰਮ ਹੋਰ ਕਰਦੇ ਹਾਂ, ਤੁਸੀਂ ਡਰੇ ਹੋ ਨਾ ਸਵਾਲ, ਡਰਦੇ ਤੇ ਨਹੀਂ? ਮੰਨ ਲਓ ਵੀ ਮੈਂ ਇੱਥੇ ਇੱਕ ਕਪੈਸਿਟਰ ਲਗਾਤਾ। ਮੰਨ ਲਓ ਕੀ ਲਗਾਤਾ? ਕਪੈਸਿਟਰ ਕਿਸੇ ਵੀ ਵੋਲਟੇਜ ਦਾ C ਲਾਤਾ। ਕਪੈਸਿਟਰ ਪੜਿਆ ਨਾ ਤੁਸੀਂ? ਮੈਂ ਇੱਕ ਗੱਲ ਦੱਸ ਰਿਹਾ ਤੁਹਾਨੂੰ। ਇੱਕ ਕਪੈਸਿਟਰ ਲਾਤਾ, ਤੁਹਾਨੂੰ ਪਤਾ ਕਪੈਸਿਟਰ ਦੀ ਚਾਰਜਿੰਗ ਹੋ ਜਾਂਦੀ ਨਾ, ਕਪੈਸਿਟਰ ਦੀ ਕਪੈਸਿਟਰ ਚਾਰਜ ਹੋ ਜੂ, ਉਹਨੂੰ ਬੋਲਦੇ ਸਟੈਡੀ ਸਟੇਟ ਆ ਗਈ ਜੀ ਕਪੈਸਿਟਰ ਦੀ। ਜਦੋਂ ਕਪੈਸਿਟਰ ਸਟੈਡੀ ਸਟੇਟ ਚ ਆ ਜਾਂਦਾ, ਦੱਸੋ ਇਹ DC ਲੰਘਣ ਦਿੰਦਾ ਕਿ ਨਹੀਂ ਲੰਘਣ ਦਿੰਦਾ? ਜਲਦੀ ਬੋਲੋ। ਮੈਂ ਵੈਸੇ ਹੀ ਇੱਕ ਜਸਟ ਤੁਹਾਡੇ ਨੌਲੇਜ ਵਾਸਤੇ ਗੱਲ ਦੱਸ ਰਿਹਾ। ਮਸ਼ ਬੋਲ ਬਈ। ਕਪੈਸਿਟਰ DC ਅਲਾਉ ਕਰੂ ਕਿ ਨਹੀਂ? Capacitor. ਕਪੈਸਿਟਰ DC ਬਲੌਕ ਕਰਦਾ। ਪੱਲੇ ਬੰਨ ਲਿਓ ਇਹ ਗੱਲ। ਇਨ ਸਟੈਡੀ ਸਟੇਟ ਦਾ ਮਤਲਬ when it is fully charged, ਜਦੋਂ ਕਪੈਸਿਟਰ ਫੁੱਲੀ ਚਾਰਜ ਹੋ ਗਿਆ, it will block DC ਬਲੌਕ ਕਰੂ, AC ਲੰਘਣ ਦਊਗਾ। ਤਾਂ ਸਾਡੇ ਕੋਲ ਤਾਂ DC ਸੋਰਸ ਹੈ ਨਾ, ਆ DC ਸੋਰਸ ਆ, ਤਾਂ ਇਹਨੇ ਕਰੰਟ ਬਲੌਕ ਕਰ ਲੈਣਾ। ਨਾ ਤਾਂ ਕਰੰਟ ਇਧਰੋਂ, ਕਰੰਟ ਡਾਇਓਡ ਨੇ ਬਲੌਕ ਕਰਤਾ, ਇਧਰੋਂ ਜੇ ਡਾਇਓਡ ਨੇ ਲਗਾਇਆ ਇਹਨੇ ਬਲੌਕ ਕਰਤਾ, ਤਾਂ ਦੱਸੋ ਕਰੰਟ ਕਿੰਨਾ ਚੱਲੂਗਾ? ਕਿੰਨਾ ਕਰੰਟ ਚੱਲੂਗਾ? सर 0। ਜ਼ੀਰੋ। ਕਿੰਨਾ ਕਰੰਟ ਚੱਲੂਗਾ?
0। समझ आ रही गल कि नहीं आ रही? जे किसी को शक है पूछ लो, बोल दो भाई। जे तुहानू कोई प्रॉब्लम आ, कोई शक है ਇਹਦੇ ਵਿੱਚ सवाल, ये जस्ट ट्विस्ट ਹੁੰਦੇ ਨਿੱਕੇ ਨਿੱਕੇ ਜਿਹੜੇ ਕਿਸੇ ਵੀ ਸਰਕਟ 'ਚ ਕਿਤੇ ਵੀ ਲਗਾ ਸਕਦੇ ਆ। ਜੇ ਇਹ ਕਪੈਸਿਟਰ ਮੰਨ ਲਓ ਵੀ ਆ ਡਾਇਓਡ ਫਾਰਵਰਡ ਹੁੰਦਾ, ਆ ਡਾਇਓਡ ਫਾਰਵਰਡ ਹੁੰਦਾ, ਇੱਥੇ ਕਪੈਸਿਟਰ ਲੱਗਿਆ ਹੁੰਦਾ, ਤਾਂ ਫਿਰ ਇਹ ਡਾਇਓਡ ਫਾਰਵਰਡ ਹੁੰਦਿਆਂ ਹੋਇਆਂ ਵੀ ਕਰੰਟ ਨਹੀਂ ਚਲਾਉਂਦਾ ਕਿਉਂਕਿ ਕਪੈਸਿਟਰ ਲੱਗਿਆ। ਇਹਨੂੰ ਫਾਰਵਰਡ ਕਰਤਾ ਤਾਂ ਕਰੰਟ ਐਂ ਦੀ ਜਾਊਗਾ ਸਾਰੇ ਦਾ ਸਾਰਾ, ਇੱਧਰ ਦੀ ਰਸਤਾ ਬੰਦਾ ਇਹਨੇ ਕੀਤਾ ਪਰ ਇਹਨੇ ਨਹੀਂ ਕੀਤਾ। ਤਾਂ ਇਹ ਸਾਰੀ ਦੀ ਸਾਰੀ ਗੱਲ ਆ ਜਿਹੜੀ ਜਸਟ ਜੇ ਤੁਹਾਡੇ ਫੰਡਾਮੈਂਟਲ ਕਲੀਅਰ ਆ ਇਹਨਾਂ 'ਚ ਕੋਈ ਦਿੱਕਤ ਨਹੀਂ ਆਉਂਦੀ, ਜੇ ਨਹੀਂ ਕਲੀਅਰ ਤਾਂ ਪ੍ਰੋਬਲਮ ਆ ਤੁਹਾਡੇ ਵਾਸਤੇ। ਹਾਂਜੀ ਕੰਟੀਨਿਊ ਕਰਾਂ, ਕੰਟੀਨਿਊ ਕਰਾਂ। Yes, sir. ਲਓ ਵੀ ਇਸ ਤੋਂ ਬਾਅਦ ਮੈਂ ਤੁਹਾਨੂੰ एक छोटा जिहा क्वेश्चन होर करते हैं आज। क्वेश्चन नंबर नेक्स्ट किनवा 6th कि 7th बनता? जल्दी बोलो। Sir, 6. 6th क्वेश्चन देखो। 6th क्वेश्चन की है, आ बैटरी लगी है, बना लो। सब कुछ डायग्राम ही है, स्टेटमेंट की तो लोड़ ही नहीं। एक बैटरी लगी है, पॉजिटिव नैगेटिव तुहानू दिख रहा, उपर नू गए तो इत्थे 2 डायोड लगे, एक डायोड इधर लग्या, एक डायोड इधर लग्या, 2 डायोड लगे आ। फॉलो कर रहे हैं? इत्थे एक रजिस्टेंस लगा दो, बनाओ शाबाश। रजिस्टेंस कहता जी 10 किलो ओम। किलो ओम का मतलब समझते हैं तुसीं? आ जर्मेनियम डायोड आ सिलिकॉन डायोड आ। जर्मेनियम डायोड, सिलिकॉन डायोड, फॉलो कर रहे हैं? बैटरी लगाती इधर, बैटरी लगाती 3.6 वोल्ट, 3.6 वोल्ट। कहना फाइंड आउट करंट इन सर्किट। क्वेश्चन किया फाइंड आउट करंट इन सर्किट। सर्किट च करंट कितना चलिया पता, ये मेरा सवाल है। फाइंड आउट करंट इन सर्किट, ये मेरा क्वेश्चन। आ बैटरी है बेटा, 2 डायोड लगे आ, जर्मेनियम आ, सिलिकॉन आ, रजिस्टेंस लगी आ, करंट मान लो मैं इथों आई लिख दिना, कहता जी आई की वैल्यू पता, वी हैव टू फाइंड आई। मैं देखते भी कौन पहला करता, जल्दी करो। सर बैरियर वोल्टेज कितनी होती है जर्मेनियम डायोड? कल लिखवाती सी, तेनू नोट कर, चेक कर ला बई। बैरियर वोल्टेज जर्मेनियम की कितनी आ बच्चों? कल लिखवाई सी, तो बोलता कोई नहीं, बोलो बेटे। बोलो बैरियर वोल्टेज कितनी होंगी जर्मेनियम की? Sir, 0.3. 0.3 वोल्ट। याद कराया करो। आंसर कितना है जल्दी बोलो अनबीर।
आंसर बोलो आंसर करंट कितना I is equal to V by R दसो पहला फॉरवर्ड केड़ा आ फॉरवर्ड आ रिवर्स आ इन्हें करंट चलाउणा नहीं बिकॉज आ पॉजिटिव आ नेगेटिव इन्हें करंट चलाउणा ते जर्मेनियम दी वोल्टेज कितनी आ 0.3 वोल्ट ਤਾਂ 3.6 ਦੇ ਵਿੱਚੋਂ 0.3 ਤਾਂ ਉਹ ਖਾ ਗਿਆ ਉਹਨੂੰ ਸਬਟ੍ਰੈਕਟ ਕਰਾਂਗੇ 3.6 ਦੇ ਵਿੱਚੋਂ 0.3 ਖਤਮ ਡਿਵਾਈਡ ਬਾਈ ਰੈਜ਼ਿਸਟੈਂਸ 10 ਕਿਲੋ ਦਾ 10 ਦੀ ਪਾਵਰ 3 ਓਮ ਆਨਸਰ ਆ ਗਿਆ ਤੁਹਾਡਾ 3.3 ਡਿਵਾਈਡ ਬਾਈ 10 ਦੀ ਪਾਵਰ 4 ਤੁਹਾਡਾ ਬੜਾ ਛੋਟਾ ਜਿਹਾ ਕਰੰਟ ਆਇਆ 3.3 into 10 to the power -4 ampere या 0.33 मिली एम्पियर ये मिली च लगाना तो 0.33 मिली एम्पियर मिली एम्पियर बोलो भाई समझ आ रहा यस सर कंटिन्यू करिए यस सर एक क्वेश्चन नोट कर लिया सारे ने बेटा गुरनूर पुत्र समझ आ रहा है तुम्हें यस सर आ जाओ एक क्वेश्चन और लास्ट करवा दा या इस नेचर दे दो करवा दूंगा चल कर लो क्वेश्चन नंबर 7 अज दा क्वेश्चन बड़ा इंटरेस्टिंग है और छोटा जिहा आ चीज है मेरे आ 3 वोल्ट आ 1 वोल्ट बैटरी तुसी को होर करना चाहो होर भी लिख सकते आ रजिस्टेंस आ 300 ओम डायोड आइडियल डायोड आ डायोड केड़ा आइडियल जो डायोड ਨੂੰ ਕੁਛ ਨਾ ਲਿਖਿਆ ਹੋਵੇ ਇਹਦਾ ਮਤਲਬ ਉਹ ਆਈਡੀਅਲ ਜੇ ਉਹਦੀ ਬੈਰੀਅਰ ਵੋਲਟੇਜ ਦੇ ਬਾਰੇ ਕੋਈ ਗੱਲਬਾਤ ਕੀਤੀ ਹੈ ਤਾਂ ਸਬਟ੍ਰੈਕਟ ਕਰ ਦਿਓ ਨਹੀਂ ਤਾਂ ਕੁਝ ਨਹੀਂ ਕਰਨਾ ਇਹ ਆਈਡੀਅਲ ਡਾਇਓਡ ਆ ਬਣਾ ਲਿਆ ਸਰਕਟ ਜਦੋਂ ਇਦਾਂ ਦਾ ਸਰਕਟ ਦਿਖੇ ਦਿਮਾਗ 'ਚ ਇੱਕ ਹੀ ਘੰਟੀ ਵੱਜਣੀ ਚਾਹੀਦੀ ਹੈ ਕਿਹੜਾ ਲਾਅ ਲੱਗੂਗਾ ਬੋਲੋ ਬਈ ਕਿਹੜਾ ਲਾਅ ਲੱਗੂਗਾ ਸੈਕੰਡ यूनिट 'ਚ ਜਾਵਾਂਗੇ ਕਰੰਟ ਵਾਲੇ 'ਚ बोल भी मंश KVL लगाते थे KVL किरचॉफ्स वोल्टेज लॉ हाँ जी सर ਇਦਾਂ ਦਾ ਸਰਕਟ ਭਾਵੇਂ ਤਾਂ ਕੈਪੈਸਿਟਰ ਦਾ ਹੋਵੇ ਭਾਵੇਂ ਰੈਜ਼ਿਸਟੈਂਸ ਦਾ ਹੋਵੇ ਤੁਹਾਡੇ ਦਿਮਾਗ ਦੀ ਘੰਟੀ ਵੱਜ ਜਾਣੀ ਚਾਹੀਦੀ ਹੈ ਇਹ KVL ਆ ਫੋਲੋ ਕਰ ਰਹੇ ਕਿ ਨਹੀਂ ਕਰ ਰਹੇ ਇਹ KVL ਆ ਜਾਓ KVL ਲਾਉਣ ਵਾਸਤੇ ਸਭ ਤੋਂ ਪਹਿਲਾਂ ਤੇ ਇਹ ਦੇਖੋ ਵੀ ਡਾਇਓਡ ਫਾਰਵਰਡ ਆ ਕਿ ਰਿਵਰਸ ਆ ਕੀ ਦੇਖਾਂਗੇ ਕਿ ਡਾਇਓਡ ਫਾਰਵਰਡ ਆ ਕਿ ਰਿਵਰਸ ਆ ਜੇ ਰਿਵਰਸ ਹੋਇਆ ਜ਼ੀਰੋ ਕਰਾਂ ਕੁਐਸਚਨ ਕੀ ਆ ਕਹਿੰਦਾ ਫਾਈਂਡ ਆਊਟ ਕਰਾਂ ਕੁਐਸਚਨ ਹੈਗਾ ਫਾਈਂਡ ਆਊਟ ਕਰਾਂ ਕਰੰਟ ਪਤਾ ਕਰੋ ਇਹ ਸਵਾਲ ਇਹ ਕੁਐਸਚਨ ਆ ਕਹਿੰਦਾ ਜੀ ਕਰੰਟ ਪਤਾ ਕਰੋ ਸਮਝ ਆ ਰਿਹਾ ਤੇ ਕਰੰਟ ਪਤਾ ਕਰਨ ਵਾਸਤੇ ਮੈਂ ਕੀ ਕਰਾਂ करंट पता करने वास्ते मैं की करा मैं KVL यूज करूंगा सब तो पहली गल है भी मैं डायोड पता करूं फॉरवर्ड आ या रिवर्स आ ਤੁਹਾਡੇ ਚੋਂ ਕੋਈ ਬੱਚਾ ਦੱਸ ਸਕਦਾ ਵੀ ਫਾਰਵਰਡ ਆ ਕਿ ਰਿਵਰਸ ਆ सर रिवर्स ਜੇ ਮੈਂ ਇਸ ਬੈਟਰੀ ਨੂੰ ਦੇਖਾਂ ਤਾਂ
ਨੈਗੇਟਿਵ ਆ P4 ਪੋਜ਼ਿਟਿਵ ਆ ਨੈਗੇਟਿਵ ਪੋਜ਼ਿਟਿਵ P4 ਪੋਜ਼ਿਟਿਵ P ਨੂੰ ਨੈਗੇਟਿਵ ਮਿਲ ਗਿਆ ਪੋਜ਼ਿਟਿਵ ਨਹੀਂ ਮਿਲਿਆ। ਜੇ ਮੈਂ ਇਸ ਬੈਟਰੀ ਨੂੰ ਦੇਖਾਂ ਤੇ ਰਿਵਰਸ ਆ, ਜੇ ਮੈਂ ਉਹਨੂੰ ਦੇਖਾਂ ਫਿਰ ਫਾਰਵਰਡ। ਇਹ ਫਾਰਵਰਡ। ਹੁਣ ਮੈਨੂੰ ਇਹ ਦੱਸੋ ਵੀ ਵੱਡੀ ਬੈਟਰੀ ਕਿਹੜੀ ਹੈ? 3 ਵੋਲਟ। ਆ ਵੱਡੀ ਹੈ। ਤੁਹਾਨੂੰ ਸ਼ਾਇਦ ਯਾਦ ਹੋਊਗਾ ਥਿਊਰੀ 'ਚ ਵੀ ਗੱਲ ਕਰਵਾਈ ਸੀ। ਚਲੋ ਆਪਾਂ ਥੋੜਾ ਜਿਹਾ ਡਿਸਕਸ ਕਰਦੇ ਹਾਂ, ਜ਼ਿਆਦਾ ਨਹੀਂ ਕਰਦੇ। ਮੰਨ ਲਓ ਵੀ ਮੇਰੇ ਕੋਲ ਇੱਕ ਡਾਇਓਡ ਆ, ਇਸ ਡਾਇਓਡ ਨੂੰ ਮੈਂ ਇੱਧਰ ਵਾਲੇ ਪਾਸੇ ਦਿੱਤਾ ਪਲੱਸ ਦਾ 5 ਵੋਲਟ, ਇੱਧਰ ਵਾਲੇ ਪਾਸੇ ਦਿੱਤਾ ਮਾਈਨਸ ਦਾ 3 ਵੋਲਟ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਸਾਨੂੰ ਪਤਾ P ਨੂੰ ਪੋਜ਼ਿਟਿਵ ਮਿਲਿਆ, N ਨੂੰ ਨੈਗੇਟਿਵ ਮਿਲਿਆ, ਫਾਰਵਰਡ ਆ, ਪਤਾ ਸਾਨੂੰ। ਬਟ ਜੇ ਖੁਦਾ ਨਾ ਖਾਸਤਾ ਮੈਂ ਇਹਨੂੰ ਪਲੱਸ ਦਾ 2 ਕਰਦਾ, ਹੁਣ ਦੱਸੋ ਫਾਰਵਰਡ ਆ ਕਿ ਰਿਵਰਸ ਆ? ਆ ਵੀ ਪੋਜ਼ਿਟਿਵ, ਆ ਵੀ ਪੋਜ਼ਿਟਿਵ। P ਨੂੰ ਤਾਂ ਪੋਜ਼ਿਟਿਵ ਮਿਲ ਰਿਹਾ, N ਨੂੰ ਵੀ ਪੋਜ਼ਿਟਿਵ ਮਿਲੀ ਜਾਂਦਾ। ਇਹਨੂੰ ਦੇਖ ਕੇ ਰਿਵਰਸ ਲੱਗਦਾ, ਉਹਨੂੰ ਦੇਖ ਕੇ ਫਾਰਵਰਡ ਲੱਗਦਾ। ਤਾਂ ਕਿੱਦਾਂ ਡਿਸਾਈਡ ਕਰਨ ਨੂੰ ਆਖਿਆ ਸੀ? ਵੱਡੀ ਵੋਲਟੇਜ ਡੋਮੀਨੇਟ ਕਰਦੀ ਆ। ਕੀ ਬੋਲਿਆ ਸੀ ਤੁਹਾਨੂੰ? ਵੀ ਵਿਲ ਕੰਸੀਡਰ ਲਾਰਜ ਵੋਲਟੇਜ। ਇਹ ਦੇਖੋ ਵੀ ਆ +5 ਆ ਜਾਂ +2 ਆ ਵੱਡਾ ਪੋਜ਼ਿਟਿਵ ਆ। ਇਹ ਕੌਣ ਆ? ਵੱਡਾ ਪੋਜ਼ਿਟਿਵ। ਤਾਂ ਛੋਟਾ ਪੋਜ਼ਿਟਿਵ ਨੈਗੇਟਿਵ ਬਣ ਜੂਗਾ ਇਹਦੇ ਕੰਪੈਰੀਟਿਵਲੀ, ਮੀਨਸ ਦਿਸ ਵਿਲ ਬੀ ਫਾਰਵਰਡ। ਫੋਲੋ ਕਰ ਰਹੇ ਆ? ਏਦਾਂ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸੀ ਸੀ, ਸ਼ਾਇਦ ਯਾਦ ਹੋਊਗਾ। ਮੰਨ ਲਓ ਵੀ ਇੱਥੇ -5 ਆ ਔਰ ਇੱਥੇ ਹੈਗਾ -2। ਮੈਂ ਜਾਣਬੁੱਝ ਕੇ ਕਰ ਰਿਹਾ ਆ -5 ਤੇ ਆ -2, -5 ਤੇ -2। P ਨੂੰ ਨੈਗੇਟਿਵ ਮਿਲ ਗਿਆ, N ਨੂੰ ਵੀ ਨੈਗੇਟਿਵ ਮਿਲ ਗਿਆ। ਫੋਲੋ ਕਰ ਰਹੇ ਕਿ ਨਹੀਂ ਕਰ ਰਹੇ? ਦੱਸੋ ਫਾਰਵਰਡ ਆ ਕਿ ਰਿਵਰਸ? ਜਲਦੀ ਬੋਲੋ। ਲੈ ਵੀ ਤੁਹਾਡੇ ਵਾਸਤੇ ਸਵਾਲ ਹੀ ਬੜਾ ਖਤਰਨਾਕ ਹੋ ਗਿਆ। ਸਰ ਇਹ ਦੇਖੋ ਆ ਵੱਡਾ ਨੈਗੇਟਿਵ ਆ ਛੋਟਾ ਨੈਗੇਟਿਵ ਆ। ਤਾਂ ਛੋਟਾ ਨੈਗੇਟਿਵ ਪੋਜ਼ਿਟਿਵ ਦੀ ਤਰ੍ਹਾਂ ਬਿਹੇਵ ਕਰੂਗਾ। ਆ ਨੈਗੇਟਿਵ ਛੋਟਾ ਹੈ ਨਾ, ਉਹ ਨੈਗੇਟਿਵ ਵੱਡਾ, ਤਾਂ ਉਹਦੇ ਕੰਪੈਰੀਟਿਵਲੀ ਇਹ ਪੋਜ਼ਿਟਿਵ ਬਣ ਜੂਗਾ। ਫੋਲੋ? ਤਾਂ ਆ P ਨੂੰ ਨੈਗੇਟਿਵ ਮਿਲਿਆ, ਇਹ ਰਿਵਰਸ ਬਾਇਸ ਬਣ। ਇਹ ਗੱਲਾਂ ਬੜੀਆਂ ਇੰਪੋਰਟੈਂਟ ਆ ਔਰ ਇਹ ਪਤਾ ਨਹੀਂ ਤੁਹਾਡੇ ਕਿੱਥੇ ਕਿਹਦੇ ਸਵਾਲ ਦੇ ਵਿੱਚ ਕਿੱਥੇ ਕੰਮ ਆ ਜਾਣ। ਤਾਂ ਅਲਟੀਮੇਟਲੀ ਜੇ ਮੈਂ ਦੇਖਾਂ ਦਿਸ ਇਜ਼ -3, ਇਹਨੂੰ ਮਿਲਿਆ -3 ਇੱਥੇ, ਇਹਨੂੰ ਮਿਲਿਆ +1, ਸੌਰੀ -1। ਓਕੇ, ਤਾਂ -3 ਵੱਡਾ ਨੈਗੇਟਿਵ ਆ, ਤਾਂ ਛੋਟਾ ਨੈਗੇਟਿਵ ਪੋਜ਼ਿਟਿਵ ਬਣ ਜੂਗਾ। ਮੀਨਸ ਆ ਡਾਇਓਡ ਕਿਹੜਾ ਆ? ਦਿਸ ਇਜ਼ ਇਨ ਫਾਰਵਰਡ ਬਾਇਸ। ਇਹ ਨੈਗੇਟਿਵ, ਇਹ ਰਿਵਰਸ ਨਹੀਂਗਾ, ਇਹ ਫਾਰਵਰਡ ਆ। ਘੁੰਡੀ ਸਮਝ ਲਿਓ, ਘੁੰਡੀ ਕੀ ਆ? ਬੜੀ ਸਿੰਪਲ ਘੁੰਡੀ। ਦੁਬਾਰਾ ਸੁਣੋ, ਜੇ ਇਹਨਾਂ ਦੋਨਾਂ ਨੂੰ, ਜੇ ਦੋਨੇ ਹੀ ਪੋਜ਼ਿਟਿਵ ਹੋਣ ਤਾਂ ਦੇਖੋ ਵੱਡਾ ਪੋਜ਼ਿਟਿਵ ਕਿਹੜਾ। ਜਿਹੜਾ ਵੱਡਾ ਪੋਜ਼ਿਟਿਵ ਆ ਉਹਨੂੰ ਪੋਜ਼ਿਟਿਵ ਮੰਨਣਾ, ਦੂਜੇ ਨੂੰ ਮਾਈਨਸ ਬਣਾ ਦੋ। ਜੇ ਦੋਨੋਂ ਨੈਗੇਟਿਵ ਹੋਣ ਤਾਂ ਵੱਡਾ ਨੈਗੇਟਿਵ ਦੇਖੋ ਕਿਹੜਾ। ਜਿਹੜਾ ਵੱਡਾ ਨੈਗੇਟਿਵ ਆ ਉਹ ਨੈਗੇਟਿਵ ਰਹੂਗਾ, ਉਹ ਵੱਡਾ ਉਹ ਡੋਮੀਨੇਟ ਕਰ ਰਿਹਾ, ਤੇ ਛੋਟਾ ਨੈਗੇਟਿਵ ਪੋਜ਼ਿਟਿਵ ਬਣਾ ਦੋ। ਏਦਾਂ ਚੱਲਣੀ ਸਟੋਰੀ। ਤਾਂ ਸਾਡੇ ਕੋਲੇ ਇੱਧਰ ਛੋਟਾ ਨੈਗੇਟਿਵ ਆ, ਦਿਸ ਵਿਲ ਬੀ ਪੋਜ਼ਿਟਿਵ। ਓਕੇ, ਇਹ ਪੋਜ਼ਿਟਿਵ ਦੀ ਤਰ੍ਹਾਂ, ਇਹਦੇ ਰਿਸਪੈਕਟ ਦੇ ਵਿੱਚ ਪੋਜ਼ਿਟਿਵ ਦੀ ਤਰ੍ਹਾਂ ਟਰੀਟ ਕਰੂਗਾ। ਸੋ ਦਿਸ ਵਿਲ ਬੀ ਇਨ ਫਾਰਵਰਡ ਬਾਇਸ। ਧਿਆਨ ਰੱਖਿਓ ਇਹ ਫਾਰਵਰਡ ਆ। ਜੇ ਰਿਵਰਸ ਹੁੰਦਾ ਆਨਸਰ 0 ਔਰ ਇੱਕ ਆਨਸਰ ਤੁਹਾਡਾ 0 ਹੋਊਗਾ। 4 ਆਪਸ਼ਨ ਚੋਂ ਇੱਕ ਆਪਸ਼ਨ 0 ਹੋਊਗਾ, ਬੱਚਾ ਲਾ ਆਉਂਦਾ ਉਹ ਵੀ ਲੈ ਤੇ ਰਿਵਰਸ ਆ। ਓਕੇ, ਇਦਾਂ ਦੀ ਗੱਲ ਨਹੀਂ ਗੀ। ਆ ਜੋ KVL ਲਾਈਏ, ਇੱਥੋਂ ਚੱਲਾਂਗੇ ਉਧਰ ਜਾਵਾਂਗੇ, ਕਰੰਟ ਏਦਾਂ ਹੀ ਲੈ ਚੱਲਦੇ ਆ। ਕਰੰਟ ਏਦਾਂ ਹੀ ਲੈ ਚੱਲਦੇ ਆ ਆਪਾਂ, ਕਰੰਟ ਦੇ ਨਾਲ ਨਾਲ ਚੱਲਾਂਗੇ। ਤਾਂ ਜਦੋਂ ਆਪਾਂ ਇੱਥੋਂ ਚੱਲੇ 0 ਤੋਂ, ਧਿਆਨ ਨਾਲ ਸੁਣੋ, 0 ਤੋਂ ਚੱਲੇ, ਇੱਥੋਂ ਪਲੱਸ ਤੋਂ ਐਂਟਰ ਕਰਕੇ ਮਾਈਨਸ ਚ ਐਂਟਰ ਕਰਦੇ, ਮਾਈਨਸ ਤੋਂ ਪਲੱਸ ਜਾਈਏ ਤਾਂ ਵੋਲਟੇਜ ਐਡ ਹੁੰਦੀ ਆ, ਪਲੱਸ ਤੋਂ ਮਾਈਨਸ ਜਾਈਏ ਵੋਲਟੇਜ ਸਬਟਰੈਕਟ ਹੁੰਦੀ ਆ, ਮਾਈਨਸ ਦਾ 1 ਬਣ ਗਿਆ। ਤੁਹਾਨੂੰ KVL ਸਮਝਾਇਆ ਹੋਇਆ, ਇੱਕ ਮੌਕਾ ਤੁਹਾਡੇ ਕੋਲ ਦੁਬਾਰਾ ਸਮਝਣ ਦਾ ਵੀ ਆ ਪੋਜ਼ਿਟਿਵ ਆ ਨੈਗੇਟਿਵ ਆ। KVL ਚ ਕੀ ਸੀ? ਜੇ ਮਾਈਨਸ ਤੋਂ ਪਲੱਸ ਜਾਈਏ ਤਾਂ ਐਡ ਹੁੰਦੀ, ਜੇ ਪਲੱਸ ਤੋਂ ਮਾਈਨਸ ਜਾਈਏ ਵਿੱਚੋਂ ਦੀ ਬੈਟਰੀ ਦੇ ਤਾਂ ਸਬਟਰੈਕਟ ਹੋ ਜਾਂਦੀ ਹੈ, -1 ਹੋ ਗਿਆ। ਇਹਦੇ ਵਿੱਚੋਂ ਦੀ ਲੰਘ ਗਏ, ਫਾਰਵਰਡ ਆ, ਮੀਨਸ ਇਹਨੇ ਕਰੰਟ ਰੋਕਣਾ ਨਹੀਂ, ਚਲੇ ਗਿਆ ਅੱਗੇ। ਇਹਦੇ ਵਿੱਚੋਂ ਜਾਵਾਂਗੇ ਵੋਲਟੇਜ ਦਾ ਡ੍ਰੌਪ ਹੋਊਗਾ, ਔਰ ਕਿਉਂਕਿ ਕਰੰਟ ਦੇ ਨਾਲ ਨਾਲ ਜਾ ਰਹੇ ਆ ਤਾਂ 300I ਵੋਲਟੇਜ ਡ੍ਰੌਪ ਹੋਊਗਾ ਔਰ ਉਹ ਸਬਟਰੈਕਟ ਹੋਊਗਾ ਇਹ ਚੋਂ, ਕਿਉਂਕਿ ਕਰੰਟ ਦੇ ਵੱਲ ਨੂੰ ਜਾ ਰਹੇ ਆ। ਜੇ ਕਰੰਟ ਸਾਹਮਣੇ ਆਵੇ ਤਾਂ ਉਹ ਵੀ ਐਡ ਹੋ ਜਾਣਾ। ਇੱਧਰ ਚੱਲੇ ਮਾਈਨਸ ਚੋਂ ਐਂਟਰ ਕਰਕੇ ਪੋਜ਼ਿਟਿਵ ਚੋਂ ਬਾਹਰ ਨਿਕਲੇ, ਏਦਾਂ ਤਾਂ ਇਹ ਐਡ ਹੋਊਗਾ +3। ਔਰ ਅੱਗੇ ਜਾ ਕੇ ਕੀ ਆ ਗਿਆ? ਅੱਗੇ ਜਾ ਕੇ
ਅਰਥ ਆ ਗਈ ਤੇ ਅਰਥ ਹਮੇਸ਼ਾ 0 ਹੁੰਦੀ ਹੈ। ਜੇ ਤੁਹਾਨੂੰ ਇੰਨੀ ਗੱਲ ਆਉਂਦੀ ਆ, ਤੁਹਾਡਾ ਕੁਐਸਚਨ ਇਸ ਦੁਨੀਆ ਦੀ ਕੋਈ ਵੀ ਤਾਕਤ ਗਲਤ ਨਹੀਂ ਕਰ ਸਕਦੀ। ਯੂ ਵਿਲ ਬੀ 100% ਐਕਿਊਰੇਟ, ਤੁਸੀਂ 100% ਸਹੀ ਹੋਵੋਗੇ। ਮੈਨੂੰ ਲੱਗਦਾ ਵੀ ਮੇਰਾ ਆਨਸਰ ਆ ਗਿਆ। 300i is equal to 2, I is equal to 2 by 300 ampere and this is my answer। ਇਹ ਮੇਰਾ ਆਨਸਰ। ਜੇ ਤੁਹਾਨੂੰ ਕਿਸੇ ਨੂੰ ਕੋਈ ਸ਼ੱਕ ਆ ਪੁੱਤਰੋ, ਤੁਸੀਂ ਆਪਣਾ ਕੁਐਸਚਨ ਕਰ ਲਓ। ਬੋਲ ਦੋ ਬਈ, ਮੇਰੀ ਮਰਜ਼ੀ ਦਾ ਕੁਐਸਚਨ। ਮੈਨੂੰ ਪੂਰੀ ਉਮੀਦ ਹੈ ਬੇਟਾ ਤੁਹਾਨੂੰ ਇਹ ਬਹੁਤ ਅੱਛਾ ਲੱਗਿਆ। ਇਹ ਬੜਾ ਵਧੀਆ ਟੌਪਿਕ ਸੀਗਾ। ਅੱਜ ਆਪਾਂ ਸਾਰੇ ਨਿਊਮੈਰੀਕਲ ਡਿਸਕਸ ਕੀਤੇ ਜਿਹੜੇ ਕਿ ਸਾਰੇ ਡਾਇਓਡ ਦੇ ਸੀ, ਔਰ ਡਾਇਓਡ ਦੇ ਨਿਊਮੈਰੀਕਲ ਬੜੇ ਆਸਾਨ ਆ। ਜੇ ਤੁਸੀਂ ਥੋੜੀ ਜਿਹੀ ਵੀ ਲੇਬਰ ਕਰ ਦੋ ਤਾਂ ਡਾਇਓਡ ਦੇ ਨਿਊਮੈਰੀਕਲ ਤੁਹਾਡੇ ਵਾਸਤੇ ਕੋਈ ਜ਼ਿਆਦਾ ਮੁਸ਼ਕਲ ਨਹੀਂ, ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ। ਈਵਨ ਨੀਟ ਦੇ ਵਿੱਚ ਇੱਕ ਸਵਾਲ ਆਉਂਦਾ, ਤੁਸੀਂ ਬੜੀ ਆਸਾਨੀ ਨਾਲ ਉਹਨੂੰ ਕੰਪਲੀਟ ਕਰ ਸਕਦੇ। ਠੀਕ ਆ ਬੇਟਾ, ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗਿਆ। ਅਗਲੇ ਲੈਕਚਰ ਦੇ ਵਿੱਚ ਮੈਂ ਬੇਟਾ ਹਾਫ ਵੇਵ ਰੈਕਟੀਫਾਇਰ, ਫੁੱਲ ਵੇਵ ਰੈਕਟੀਫਾਇਰ ਤੇ ਜ਼ੀਨਰ ਡਾਇਓਡ, ਇਹ ਤਿੰਨ ਟੌਪਿਕ ਜਿਹੜੇ ਆਪਾਂ ਅੱਗੇ ਡਿਸਕਸ ਕਰਾਂਗੇ। ਅੱਜ ਇੰਨਾ ਬਹੁਤ ਆ ਬੇਟਾ, ਖੁਸ਼ ਰਹੋ। Thank you, sir.